ਮੇਰੇ ਪਤੀ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਹੁਣ ਉਹਨਾਂ ਨੂੰ ਕੁਝ ਵੀ ਨਹੀਂ ਦਿਸਦਾ ਸੀ ਤੇ ਕਿਤੇ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਸੀ। ਇਸ ਲਈ ਅਸੀਂ ਇੱਕ ਗੱਡੀ ਲੈ ਲਈ ਤੇ ਇੱਕ ਡਰਾਈਵਰ ਰੱਖ ਲਿਆ ਸੀ। ਉਹ ਸਾਡੇ ਨਾਲ ਹੀ ਰਹਿੰਦਾ ਸੀ ਤੇ ਜਿੱਥੇ ਜਾਣਾ ਹੁੰਦਾ ਉਹ ਲੈ ਜਾਂਦਾ ਸੀ। ਡਰਾਈਵਰ ਦਿੱਖ ਵਿੱਚ ਬਹੁਤ ਸੋਹਣਾ ਸੀ ਤੇ ਮੈਂ ਵੀ ਘੱਟ ਸੋਹਣੀ ਨਹੀਂ ਸੀ। ਮੈਨੂੰ ਜੋ ਇੱਕ ਵਾਰ ਦੇਖਦਾ ਉਹ ਮੇਰਾ ਹੀ ਹੋ ਜਾਂਦਾ ਸੀ। ਹੁਣ ਸਾਡਾ ਡਰਾਈਵਰ ਵੀ ਕੁਝ ਅਜਿਹਾ ਹੀ ਸੋਚਣ ਲੱਗਾ ਸੀ। ਪਹਿਲਾਂ ਤਾਂ ਮੈਂ ਉਸ 'ਤੇ ਬਹੁਤਾ ਧਿਆਨ ਨਹੀਂ ਦਿੱਤਾ ਸੀ, ਪਰ ਫਿਰ ਮੈਂ ਵੀ ਉਸ ਵੱਲ ਖਿੱਚੀ ਗਈ ਸੀ ਕਿਉਂਕਿ ਉਹ ਮੈਨੂੰ ਗੱਡੀ ਦੇ ਸ਼ੀਸ਼ੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਇਸ਼ਾਰੇ ਕਰਨ ਲੱਗਾ ਸੀ। ਇੱਕ ਰਾਤ ਮੈਂ ਉਸ ਨੂੰ ਖਾਣਾ ਦੇਣ ਉਸ ਦੇ ਕਮਰੇ ਵਿੱਚ ਗਈ ਤਾਂ ਉਸਨੇ ਕਿਹਾ, ਰਾਤ ਨੂੰ ਮੈਨੂੰ ਮਿਲਣਾ, ਮੈਂ ਕੁਝ ਗੱਲ ਕਰਨੀ ਹੈ। ਮੈਂ ਕਿਹਾ, ਠੀਕ ਹੈ, ਕੋਸ਼ਿਸ਼ ਕਰਾਂਗੀ। ਰਾਤ ਨੂੰ ਜਦੋਂ ਮੇਰਾ ਪਤੀ ਸੌਂ ਗਿਆ ਤਾਂ ਮੈਂ ਡਰਾਈਵਰ ਦੇ ਕਮਰੇ ਵਿੱਚ ਚਲੀ ਗਈ ਤੇ ਜਾ ਕੇ ਸਿੱਧਾ ਉਸ ਦੇ ਬੈੱਡ ਤੇ ਬੈਠ ਗਈ ਸੀ। ਉਸਨੇ ਮੇਰਾ ਹੱਥ ਫੜ ਲਿਆ ਤੇ ਕਿਹਾ, ਤੁਸੀਂ ਬਹੁਤ ਸੋਹਣੇ ਲੱਗਦੇ ਹੋ। ਮੈਂ ਹੌਲੀ ਜਿਹੀ ਮੁਸਕਰਾਈ ਤੇ ਸਿਰ ਝੁਕਾ ਲਿਆ ਤਾਂ ਉਹ ਸਮਝ ਗਿਆ ਕਿ ਮੇਰੀ ਹਾਂ ਹੈ। ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ। ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ। ਮੇਰਾ ਨਾਮ ਪਰੀ ਹੈ ਤੇ ਮੇਰੀ ਉਮਰ 25 ਸਾਲ ਹੋ ਗਈ ਹੈ। ਮੇਰੇ ਪਰਿਵਾਰ ਵਿੱਚ ਮਾਤਾ ਪਿਤਾ, ਮੇਰਾ ਛੋਟਾ ਭਰਾ ਤੇ 2 ਭੈਣਾਂ ਹਨ। ਅਸੀਂ ਸਾਰੇ ਬਹੁਤ ਖੁਸ਼ ਰਹਿੰਦੇ ਸੀ। ਮੇਰੀ ਵਿਆਹ ਦੀ ਉਮਰ ਹੋ ਗਈ ਤਾਂ ਮੇਰੇ ਘਰ ਵਾਲੇ ਮੇਰੇ ਲਈ ਰਿਸ਼ਤਾ ਲੱਭਣ ਲੱਗੇ ਸੀ। ਫਿਰ ਇੱਕ ਦਿਨ ਇੱਕ ਰਿਸ਼ਤਾ ਆਇਆ ਤਾਂ ਉਹ ਮੁੰਡਾ ਰੇਲਵੇ ਵਿੱਚ ਕੰਮ ਕਰਦਾ ਸੀ। ਉਸ ਦੀ ਤਨਖਾਹ ਚੰਗੀ ਸੀ। ਇਸ ਲਈ ਘਰ ਵਾਲਿਆਂ ਨੇ ਬਿਨਾਂ ਦੇਰ ਕੀਤੇ ਮੇਰਾ ਉਸ ਨਾਲ ਵਿਆਹ ਪੱਕਾ ਕਰ ਦਿੱਤਾ ਸੀ। ਫਿਰ ਵਿਆਹ ਤੋਂ ਬਾਅਦ ਵਧਾਈ ਲੈ ਕੇ ਮੈਂ ਸਹੁਰੇ ਘਰ ਆ ਗਈ ਸੀ। ਮੇਰੇ ਸਹੁਰੇ ਪਰਿਵਾਰ ਵਿੱਚ ਸੱਸ ਸਹੁਰਾ ਤੇ ਦਿਓਰ ਸੀ। ਮੇਰਾ ਸਹੁਰਾ ਘਰ ਬਹੁਤ ਚੰਗਾ ਸੀ ਤੇ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਮੇਰਾ ਪਤੀ 2 ਮਹੀਨੇ ਦੀ ਛੁੱਟੀ ਲੈ ਕੇ ਆਇਆ ਹੋਇਆ ਸੀ। ਉਹਨਾਂ ਦੀ ਛੁੱਟੀ ਕਦੋਂ ਖਤਮ ਹੋ ਗਈ ਪਤਾ ਨਹੀਂ ਲੱਗਿਆ ਤੇ ਉਹ ਫਿਰ ਕੰਮ ਤੇ ਚਲੇ ਗਏ ਸੀ। ਮੈਂ ਘਰ ਦੇ ਸਾਰੇ ਕੰਮ ਕਰਕੇ ਵਿਹਲੀ ਹੋ ਜਾਂਦੀ ਤਾਂ ਫਿਰ ਸਮਾਂ ਬਤੀਤ ਕਰਨਾ ਮੁਸ਼ਕਿਲ ਹੋ ਜਾਂਦਾ। ਆਖਿਰ ਹਜੇ ਮੇਰਾ ਨਵਾਂ ਵਿਆਹ ਹੋਇਆ ਸੀ। ਇੱਕ ਦਿਨ ਮੇਰਾ ਦਿਓਰ ਵਿਜੇ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ, ਭਾਬੀ ਤੁਸੀਂ ਇਕੱਲੇ ਕਿਉਂ ਬੈਠੇ ਹੋ? ਸਾਡੇ ਨਾਲ ਬਾਹਰ ਆ ਕੇ ਗੱਲਾਂ ਹੀ ਕਰ ਲਵੋ ਜਾਂ ਅਸੀਂ ਸਾਰੇ ਕੋਈ ਫਿਲਮ ਵੇਖ ਲੈਂਦੇ ਹਾਂ। ਮੈਂ ਕਿਹਾ, ਵਿਜੇ ਅਜੇ ਮੇਰਾ ਕਿਸੇ ਚੀਜ਼ ਵਿੱਚ ਮਨ ਨਹੀਂ ਲੱਗ ਰਿਹਾ ਹੈ। ਫਿਰ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ, ਮਾਂ ਮੇਰਾ ਪੇਕਿਆਂ ਦੇ ਘਰ ਜਾਣ ਦਾ ਮਨ ਕਰ ਰਿਹਾ ਹੈ। ਮੇਰੀ ਸੱਸ ਨੇ ਕਿਹਾ, ਠੀਕ ਹੈ, ਤੈਨੂੰ ਵਿਜੇ ਛੱਡ ਆਵੇਗਾ, ਐਵੇਂ ਬੱਸ ਵਿੱਚ ਔਖੀ ਹੁੰਦੀ ਜਾਵੇਂਗੀ। ਮੈਂ ਕਿਹਾ, ਠੀਕ ਹੈ ਮਾਂ। ਤੇ ਫਿਰ ਅਗਲੇ ਦਿਨ ਮੈਂ ਪੇਕੇ ਘਰ ਜਾਣ ਲਈ ਵਿਜੇ ਦੇ ਨਾਲ ਚਲੀ ਗਈ ਸੀ। ਫਿਰ ਵਿਜੇ ਮੈਨੂੰ ਘਰ ਛੱਡ ਕੇ ਵਾਪਸ ਆ ਗਿਆ। ਮੈਂ ਉਸ ਨੂੰ ਰੁਕਣ ਲਈ ਕਿਹਾ ਪਰ ਉਸਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਭਾਬੀ ਮੈਨੂੰ ਜ਼ਰੂਰੀ ਕੰਮ ਹੈ। ਮੈਨੂੰ ਪੇਕੇ ਘਰ ਆਏ 5 ਦਿਨ ਹੋ ਗਏ ਪਰ ਇੱਥੇ ਵੀ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ। ਇਸ ਲਈ ਮੈਂ 6ਵੇਂ ਦਿਨ ਬੱਸ ਤੇ ਹੀ ਵਾਪਸ ਆਪਣੇ ਸਹੁਰੇ ਘਰ ਚਲੀ ਗਈ ਸੀ। ਫਿਰ ਘਰ ਆ ਕੇ ਮੈਂ ਆਪਣੇ ਦਿਓਰ ਵਿਜੇ ਨੂੰ ਪੁੱਛਿਆ, ਵਿਜੇ ਘਰ ਵਿੱਚ ਸਭ ਠੀਕ ਹੈ? ਤਾਂ ਉਸਨੇ ਕਿਹਾ, ਹਾਂ ਭਾਬੀ ਸਭ ਠੀਕ ਹੈ। ਮੈਂ ਪਰਮਾਤਮਾ ਦਾ ਸ਼ੁਕਰ ਕੀਤਾ। ਫਿਰ ਕੁਝ ਦਿਨਾਂ ਬਾਅਦ ਮੇਰੇ ਦਿਓਰ ਵਿਜੇ ਦਾ ਦੁਬਈ ਦਾ ਵੀਜ਼ਾ ਲੱਗ ਗਿਆ ਤੇ ਉਹ ਦੁਬਈ ਚਲਾ ਜਾਂਦਾ ਹੈ। ਹੁਣ ਘਰ ਵਿੱਚ ਮੇਰੀ ਸੱਸ ਤੇ ਸਹੁਰਾ ਹੀ ਰਹਿ ਗਏ ਸੀ। ਫਿਰ ਇੱਕ ਰਾਤ ਅਚਾਨਕ ਮੇਰੇ ਸਹੁਰੇ ਨੂੰ ਅਟੈਕ ਹੋ ਗਿਆ ਤੇ ਅਸੀਂ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਪਰ ਰਸਤੇ ਵਿੱਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਮੇਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਸੀ। ਫਿਰ ਇੱਕ ਦਿਨ ਰੇਲਵੇ ਆਫਿਸ ਤੋਂ ਫੋਨ ਆਇਆ ਤੇ ਉਹਨਾਂ ਨੇ ਪੁੱਛਿਆ, ਕੀ ਤੁਸੀਂ ਵਿਕਰਮ ਦੇ ਘਰ ਤੋਂ ਬੋਲ ਰਹੇ ਹੋ? ਮੈਂ ਹਾਂ ਕਿਹਾ ਤਾਂ ਉਹ ਕਹਿਣ ਲੱਗੇ, ਵਿਕਰਮ ਨੂੰ ਡਿਊਟੀ ਦੇ ਸਮੇਂ ਸਿਰ ਵਿੱਚ ਸੱਟ ਲੱਗ ਗਈ ਹੈ ਜਿਸ ਨਾਲ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਇਹ ਸੁਣ ਕੇ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤਾਂ ਮੇਰੀ ਸੱਸ ਨੇ ਪੁੱਛਿਆ, ਕੀ ਹੋਇਆ ਬੇਟੀ? ਪਰ ਮੈਂ ਕੁਝ ਨਾ ਬੋਲੀ
ਤੇ ਬਸ ਰੋਂਦੀ ਰਹੀ ਸੀ। ਫਿਰ ਮੇਰੀ ਸੱਸ ਨੇ ਫੋਨ ਤੇ ਗੱਲ ਕੀਤੀ। ਜਦੋਂ ਉਸਨੂੰ ਵੀ ਪਤਾ ਲੱਗਾ ਤਾਂ ਉਹ ਬੇਹੋਸ਼ ਹੋ ਗਈ ਸੀ। ਫਿਰ ਆਖਰ ਮੈਂ ਕੀ ਕਰਦੀ, ਘਰ ਵਿੱਚ ਕੋਈ ਹੋਰ ਨਹੀਂ ਸੀ। ਮੈਂ ਆਪਣੇ ਗਵਾਂਢ ਦੇ ਇੱਕ ਮੁੰਡੇ ਨੂੰ ਬੁਲਾਇਆ ਤੇ ਸੱਸ ਨੂੰ ਲੈ ਕੇ ਹਸਪਤਾਲ ਚਲੀ ਗਈ ਸੀ। ਉੱਥੇ ਡਾਕਟਰ ਨੇ ਕਿਹਾ ਕਿ ਤੁਹਾਡੀ ਸੱਸ ਕੋਮਾ ਵਿੱਚ ਚਲੀ ਗਈ ਹੈ। ਫਿਰ 4 ਦਿਨਾਂ ਹਸਪਤਾਲ ਰਹਿਣ ਤੋਂ ਬਾਅਦ ਮੇਰੀ ਸੱਸ ਵੀ ਇਸ ਦੁਨੀਆ ਤੋਂ ਚਲੀ ਗਈ ਤੇ ਮੈਂ ਇਕੱਲੀ ਰਹਿ ਗਈ ਸੀ। ਮੈਂ ਆਪਣੇ ਪਤੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਹੁਣ ਮੈਂ ਕੰਮ ਕਰਨ ਦੇ ਲਾਇਕ ਨਹੀਂ ਰਿਹਾ, ਇਸ ਲਈ ਮੈਂ ਵਾਪਸ ਘਰ ਆ ਰਿਹਾ ਹਾਂ। ਅਗਲੇ ਦਿਨ ਮੇਰਾ ਪਤੀ ਆਪਣੇ ਅੱਖਾਂ ਦੀ ਰੋਸ਼ਨੀ ਗਵਾ ਕੇ ਵਾਪਸ ਆ ਗਿਆ ਸੀ। ਹੁਣ ਮੈਂ ਆਪਣੇ ਪਤੀ ਦਾ ਧਿਆਨ ਚੰਗੀ ਤਰ੍ਹਾਂ ਰੱਖਣ ਲੱਗੀ ਸੀ। ਉਹ ਤਾਂ ਭਲਾ ਹੋਵੇ ਰੇਲਵੇ ਵਾਲਿਆਂ ਦਾ, ਜਿਹੜੇ ਮੇਰੇ ਪਤੀ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਤੋਂ ਬਾਅਦ ਵੀ ਪੈਨਸ਼ਨ ਦੇਣ ਲੱਗੇ ਸੀ। ਮੇਰੇ ਪਤੀ ਦੀ ਪੈਨਸ਼ਨ ਦੇ ਪੈਸੇ ਠੀਕ ਠਾਕ ਆ ਜਾਂਦੇ ਸੀ, ਪਰ ਜਦੋਂ ਵੀ ਕਿਤੇ ਜਾਣਾ ਹੁੰਦਾ ਤਾਂ ਬਹੁਤ ਮੁਸ਼ਕਿਲ ਹੁੰਦੀ ਸੀ। ਇਸ ਲਈ ਅਸੀਂ ਇੱਕ ਗੱਡੀ ਲੈ ਲਈ ਤੇ ਡਰਾਈਵਰ ਰੱਖ ਲਿਆ ਸੀ। ਸਾਡਾ ਡਰਾਈਵਰ ਦਿੱਖ ਵਿੱਚ ਬਹੁਤ ਸੁੰਦਰ ਤੇ ਚਲਾਕ ਸੀ। ਹੁਣ ਅਸੀਂ ਜਦੋਂ ਵੀ ਕਿਤੇ ਜਾਣਾ ਹੁੰਦਾ ਤਾਂ ਉਸ ਨੂੰ ਫੋਨ ਕਰ ਦਿੰਦੇ ਤੇ ਉਹ ਜਲਦੀ ਹੀ ਆ ਜਾਂਦਾ ਸੀ। ਇੱਕ ਦਿਨ ਅਸੀਂ ਮੇਰੇ ਪੇਕੇ ਘਰ ਜਾਣਾ ਸੀ। ਮੈਂ ਆਪਣੇ ਡਰਾਈਵਰ ਨੂੰ ਫੋਨ ਕੀਤਾ ਤਾਂ ਉਹ ਆ ਗਿਆ ਸੀ। ਅਸੀਂ ਗੱਡੀ ਵਿੱਚ ਬੈਠ ਕੇ ਚੱਲ ਪਏ ਤਾਂ ਡਰਾਈਵਰ ਰਸਤੇ ਵਿੱਚ ਚੋਰੀ ਸ਼ੀਸ਼ੇ ਵਿੱਚੋਂ ਮੈਨੂੰ ਦੇਖ ਰਿਹਾ ਸੀ, ਪਰ ਮੇਰਾ ਧਿਆਨ ਉਸ ਵੱਲ ਨਹੀਂ ਸੀ। ਅਚਾਨਕ ਮੇਰੀ ਨਜ਼ਰ ਉਸ ਤੇ ਪਈ ਤੇ ਮੈਂ ਦੇਖਿਆ ਕਿ ਉਹ ਮੇਰੇ ਵੱਲ ਬੜੀ ਤੀਬਰਤਾ ਨਾਲ ਦੇਖ ਰਿਹਾ ਸੀ। ਮੇਰਾ ਪਤੀ ਇਲਾਜ ਤੋਂ ਬਾਅਦ ਕੁਝ ਖਾਸ ਨਹੀਂ ਦੇਖ ਸਕਦਾ ਸੀ। ਡਰਾਈਵਰ ਮੈਨੂੰ ਕਈ ਤਰ੍ਹਾਂ ਦੇ ਇਸ਼ਾਰੇ ਕਰਦਾ ਰਿਹਾ ਸੀ। ਸ਼ਾਇਦ ਉਹ ਮੈਨੂੰ ਪਾਉਣਾ ਚਾਹੁੰਦਾ ਸੀ। ਮੈਂ ਵੀ ਹੌਲੀ-ਹੌਲੀ ਉਸ ਵੱਲ ਖਿੱਚੀ ਜਾ ਰਹੀ ਸੀ। ਫਿਰ ਮੈਂ ਘਰ ਪਹੁੰਚ ਕੇ ਸਾਰਿਆਂ ਨੂੰ ਮਿਲਣ ਤੋਂ ਬਾਅਦ ਡਰਾਈਵਰ ਨੂੰ ਚਾਹ ਪਾਣੀ ਦੇਣ ਲਈ ਕਾਰ ਦੇ ਕੋਲ ਗਈ ਤਾਂ ਉਸਨੇ ਚਾਹ ਫੜਦਿਆਂ ਮੇਰੇ ਹੱਥ ਤੇ ਆਪਣਾ ਹੱਥ ਫੇਰਿਆ ਤਾਂ ਮੈਨੂੰ ਇੱਕ ਅਜੀਬ ਜੀ ਕੰਬਣੀ ਹੋਈ ਸੀ। ਫਿਰ ਕੁਝ ਦੇਰ ਰੁਕ ਕੇ ਅਸੀਂ ਵਾਪਸ ਘਰ ਜਾਣ ਲੱਗੇ ਤਾਂ ਉਹ ਮੈਨੂੰ ਰਸਤੇ ਵਿੱਚ ਇਸ਼ਾਰਾ ਕਰ ਰਿਹਾ ਸੀ। ਮੈਂ ਘਰ ਪਹੁੰਚ ਕੇ ਆਪਣੇ ਪਤੀ ਨੂੰ ਕਮਰੇ ਵਿੱਚ ਛੱਡ ਕੇ ਬਾਹਰ ਡਰਾਈਵਰ ਕੋਲ ਗਈ। ਮੈਂ ਉਸ ਨੂੰ ਕਿਹਾ, ਜੇਕਰ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਰੁਕ ਜਾਵੋ, ਕਿਉਂਕਿ ਕੱਲ ਨੂੰ ਅਸੀਂ ਪੈਨਸ਼ਨ ਲੈਣ ਜਾਣਾ ਹੈ। ਫਿਰ ਉਸਨੇ ਕਿਹਾ, ਭਾਬੀ ਠੀਕ ਹੈ। ਮੈਂ ਉਸ ਨੂੰ ਕਿਹਾ, ਸਾਡੇ ਘਰ ਵਿੱਚ 4 ਕਮਰੇ ਖਾਲੀ ਹਨ, ਤੁਸੀਂ ਜਿਸ ਵਿੱਚ ਚਾਹੋ ਆਰਾਮ ਕਰ ਸਕਦੇ ਹੋ। ਰਾਤ ਹੋ ਚੁੱਕੀ ਸੀ। ਫਿਰ ਮੈਂ ਰਾਤ ਦਾ ਖਾਣਾ ਤਿਆਰ ਕੀਤਾ। ਪਹਿਲਾਂ ਆਪਣੇ ਪਤੀ ਨੂੰ ਖਾਣਾ ਖਵਾਇਆ ਤੇ ਫਿਰ ਡਰਾਈਵਰ ਦੇ ਕਮਰੇ ਵਿੱਚ ਖਾਣਾ ਦੇਣ ਲਈ ਗਈ ਤੇ ਕਿਹਾ, ਮੋਹਨ ਖਾਣਾ ਖਾ ਲਵੋ। ਉਸਨੇ ਕਿਹਾ, ਠੀਕ ਹੈ ਭਾਬੀ, ਤੁਸੀਂ ਖਾਣਾ ਬੈੱਡ ਤੇ ਰੱਖ ਦਿਓ। ਮੈਂ ਬੈੱਡ ਤੇ ਖਾਣਾ ਰੱਖ ਕੇ ਆਉਣ ਲੱਗੀ ਤਾਂ ਉਸਨੇ ਮੇਰਾ ਹੱਥ ਫੜ ਲਿਆ ਤੇ ਕਿਹਾ, ਭਾਬੀ ਮੇਰੀ ਇੱਕ ਗੱਲ ਸੁਣ ਲਵੋ। ਫਿਰ ਮੈਂ ਕਿਹਾ, ਹਾਂ ਦੱਸੋ। ਤਾਂ ਉਹ ਕਹਿਣ ਲੱਗਾ, ਭਾਬੀ ਤੁਸੀਂ ਬਹੁਤ ਸੋਹਣੇ ਹੋ, ਪਰ ਇਸ ਅੰਨੇ ਬੰਦੇ ਨਾਲ ਕਿਵੇਂ ਦੀ ਜ਼ਿੰਦਗੀ ਗੁਜ਼ਾਰ ਰਹੀ ਹੈ। ਮੈਂ ਕਿਹਾ ਕਿ ਪਹਿਲਾਂ ਸਭ ਠੀਕ ਸੀ, ਪਰ ਹੁਣ ਇਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਇਸ ਤੋਂ ਬਾਅਦ ਡਰਾਈਵਰ ਨੇ ਕਿਹਾ, ਰਾਤ ਨੂੰ ਜਦੋਂ ਤੁਹਾਡਾ ਪਤੀ ਸੌਂ ਜਾਵੇ ਤਾਂ ਆ ਕੇ ਪੱਕਾ ਮੇਰੀ ਪੂਰੀ ਗੱਲ ਸੁਣ ਲੈਣਾ। ਮੈਂ ਕਿਹਾ, ਜੋ ਵੀ ਕਹਿਣਾ ਹੈ ਹੁਣੇ ਹੀ ਕਹਿ ਦੇਵੋ। ਉਸਨੇ ਕਿਹਾ, ਹੁਣ ਨਹੀਂ, ਜਦੋਂ ਮੈਂ ਕਿਹਾ ਹੈ ਉਦੋਂ ਹੀ ਦੱਸਾਂਗਾ। ਫਿਰ ਮੈਂ ਉੱਥੋਂ ਆ ਗਈ ਤੇ ਰਾਤ ਦੇ 11 ਵਜੇ ਮੇਰਾ ਪਤੀ ਗੂੜੀ ਨੀਂਦ ਵਿੱਚ ਸੌਂ ਗਿਆ ਤਾਂ ਮੈਂ ਹੌਲੀ ਜਿਹੀ ਡਰਾਈਵਰ ਦੇ ਕਮਰੇ ਵਿੱਚ ਆ ਗਈ ਸੀ। ਉਸ ਸਮੇਂ ਮੈਂ ਕਾਲੇ ਰੰਗ ਦਾ ਨਾਈਟ ਸੂਟ ਪਾਇਆ ਹੋਇਆ ਸੀ, ਜਿਸ ਕਾਰਨ ਮੇਰਾ ਸਾਰਾ ਰੂਪ ਸਾਫ਼ ਨਜ਼ਰ ਆ ਰਿਹਾ ਸੀ ਤੇ ਡਰਾਈਵਰ ਮੈਨੂੰ ਦੇਖਦਾ ਹੀ ਰਹਿ ਗਿਆ ਸੀ। ਮੈਂ ਤਾਂ ਜਾ ਕੇ ਸਿੱਧਾ ਉਸ ਦੇ ਬੈੱਡ ਤੇ ਬੈਠ ਗਈ ਸੀ। ਫਿਰ ਕਾਹਲੀ ਵਿੱਚ ਉਸਨੇ ਮੇਰਾ ਹੱਥ ਫੜ ਲਿਆ ਤੇ ਕਿਹਾ, ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ। ਫਿਰ ਡਰਾਈਵਰ ਨੇ ਮੈਨੂੰ ਪੁੱਛਿਆ, ਜੇਕਰ ਮੈਂ ਤੈਨੂੰ ਇੱਕ ਗੱਲ ਕਹਾਂਗਾ ਤਾਂ ਤੂੰ ਗੁੱਸਾ ਤਾਂ ਨਹੀਂ ਕਰੇਂਗੀ। ਮੈਂ ਕਿਹਾ, ਨਹੀਂ, ਬੋਲੋ ਤਾਂ ਸਹੀ। ਫਿਰ ਉਸਨੇ ਪੁੱਛਿਆ, ਕੀ ਤੁਸੀਂ ਮੈਨੂੰ ਪਸੰਦ ਕਰਦੇ ਹੋ। ਮੈਂ ਸ਼ਰਮਾ ਕੇ ਸਿਰ ਝੁਕਾ ਲਿਆ ਤਾਂ ਉਹ ਸਮਝ ਗਿਆ ਕਿ ਮੇਰੀ ਹਾਂ ਹੈ। ਮੇਰਾ ਪਤੀ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸੀ, ਇਸ ਕਰਕੇ ਮੇਰੀ ਖੁਸ਼ੀ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ।
ਉਸ ਦਿਨ ਤੋਂ ਸਾਡੇ ਵਿੱਚ ਇੱਕ ਨਵਾਂ ਰਿਸ਼ਤਾ ਸ਼ੁਰੂ ਹੋ ਗਿਆ ਸੀ। ਹੁਣ ਜਦੋਂ ਵੀ ਮੌਕਾ ਮਿਲਦਾ ਅਸੀਂ ਖੁਸ਼ੀ ਦਾ ਵਕਤ ਬਿਤਾਉਣ ਲੱਗੇ ਸੀ। ਮੇਰੇ ਪਤੀ ਨੂੰ ਦਿਸਦਾ ਨਹੀਂ ਸੀ, ਇਸ ਲਈ ਕਦੇ-ਕਦੇ ਤਾਂ ਅਸੀਂ ਉਸ ਦੇ ਸਾਹਮਣੇ ਹੀ ਹਾਸਾ ਮਜ਼ਾਕ ਕਰ ਲੈਂਦੇ ਸੀ। ਹੁਣ ਮੈਂ ਜ਼ਿਆਦਾਤਰ ਸਮਾਂ ਡਰਾਈਵਰ ਨਾਲ ਹੀ ਬਤੀਤ ਕਰਦੀ ਸੀ, ਕਿਉਂਕਿ ਹੁਣ ਉਹ ਸਾਡੇ ਹੀ ਘਰ ਵਿੱਚ ਰਹਿਣ ਲੱਗਾ ਸੀ। ਹੌਲੀ-ਹੌਲੀ ਸਮਾਂ ਨਿਕਲਦਾ ਗਿਆ ਤੇ 4 ਮਹੀਨੇ ਬਾਅਦ ਮੇਰੇ ਪਤੀ ਦੀਆਂ ਅੱਖਾਂ ਦੀ ਦੁਬਾਰਾ ਜਾਂਚ ਹੋਣੀ ਸੀ। ਸਾਨੂੰ ਲੱਗਾ 1 ਘੰਟੇ ਵਿੱਚ ਜਾਂਚ ਹੋ ਜਾਵੇਗੀ ਤੇ ਅਸੀਂ ਵਾਪਸ ਆ ਜਾਵਾਂਗੇ, ਪਰ ਡਾਕਟਰ ਨੇ 4 ਘੰਟੇ ਲਾ ਦਿੱਤੇ ਸੀ। ਮੈਂ ਸੋਚ ਰਹੀ ਸੀ ਕਿ ਇੰਨੀ ਦੇਰ ਕਿਉਂ ਲੱਗ ਰਹੀ ਹੈ। ਫਿਰ ਡਾਕਟਰ ਨੇ ਮੈਨੂੰ ਬੁਲਾ ਕੇ ਦੱਸਿਆ ਕਿ ਉਹਨਾਂ ਨੇ ਆਪਰੇਸ਼ਨ ਕੀਤਾ ਸੀ, ਪਰ ਹੁਣ ਇਹਨਾਂ ਦੀ ਰੋਸ਼ਨੀ ਵਾਪਸ ਨਹੀਂ ਆਵੇਗੀ। ਤੁਸੀਂ ਘਰ ਚਲੇ ਜਾਵੋ ਤੇ 7 ਦਿਨਾਂ ਬਾਅਦ ਫਿਰ ਵਾਪਸ ਆਉਣਾ ਹੈ। ਜਦੋਂ 7 ਦਿਨਾਂ ਬਾਅਦ ਹਸਪਤਾਲ ਗਏ ਤਾਂ ਇਸ ਵਾਰ ਡਾਕਟਰ ਨੇ ਕਹਿ ਦਿੱਤਾ ਕਿ ਹੁਣ ਹਸਪਤਾਲ ਆਉਣ ਦੀ ਜ਼ਰੂਰਤ ਨਹੀਂ ਹੈ। ਉਸ ਰਾਤ ਮੈਂ ਆਪਣੇ ਪਤੀ ਨੂੰ ਕਮਰੇ ਵਿੱਚ ਸੁੱਤਾ ਛੱਡ ਕੇ ਡਰਾਈਵਰ ਦੇ ਕੋਲ ਚਲੀ ਗਈ ਸੀ। ਪਰ ਇਸ ਵਾਰ ਜੋ ਹੋਇਆ ਉਹ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ, ਕਿਉਂਕਿ ਜਦੋਂ ਅਸੀਂ ਸਬੰਧ ਬਣਾ ਰਹੇ ਸੀ ਤਾਂ ਅਚਾਨਕ ਮੇਰਾ ਪਤੀ ਸਾਡੇ ਕੋਲ ਆ ਗਿਆ ਸੀ। ਫਿਰ ਉਹਨਾਂ ਨੇ ਕਿਹਾ, ਮੈਨੂੰ ਤੁਹਾਡੇ ਤੇ ਬਹੁਤ ਦਿਨਾਂ ਤੋਂ ਸ਼ੱਕ ਸੀ। ਮੈਂ ਅੱਖਾਂ ਤੋਂ ਭਲਾ ਅੰਨਾ ਹੋ ਗਿਆ ਸੀ, ਪਰ ਕੰਨਾਂ ਨਾਲ ਸਭ ਸੁਣ ਸਕਦਾ ਸੀ ਕਿ ਤੁਸੀਂ ਦੋਵੇਂ ਕੀ ਕਰ ਰਹੇ ਹੋ। ਜਦੋਂ ਤੁਸੀਂ ਮੇਰੇ ਸਾਹਮਣੇ ਇਹ ਸਭ ਕਰਦੇ ਸੀ ਤਾਂ ਮੈਂ ਸੌਣ ਦਾ ਨਾਟਕ ਕਰਦਾ ਸੀ। ਮੈਨੂੰ ਸਭ ਕੁਝ ਸਮਝ ਆ ਰਿਹਾ ਸੀ। ਬਸ ਮੈਂ ਤੁਹਾਨੂੰ ਦੋਵਾਂ ਨੂੰ ਰੰਗੇ ਹੱਥੋਂ ਫੜਨਾ ਚਾਹੁੰਦਾ ਸੀ। ਇਸ ਲਈ ਮੈਂ ਡਾਕਟਰ ਨੂੰ ਸਾਰੀ ਸੱਚਾਈ ਦੱਸ ਦਿੱਤੀ ਸੀ ਤੇ ਕਿਹਾ ਕਿ ਮੇਰੀ ਪਤਨੀ ਨੂੰ ਇਹ ਗੱਲ ਨਾ ਦੱਸਣਾ ਕਿ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਹੈ। ਇਸ ਲਈ ਡਾਕਟਰ ਨੇ ਇਹ ਗੱਲ ਤੇਰੇ ਤੋਂ ਛੁਪਾਈ ਸੀ, ਪਰ ਤੂੰ ਡਰਾਈਵਰ ਦੇ ਪਿਆਰ ਵਿੱਚ ਇੰਨੀ ਅੰਨੀ ਹੋ ਗਈ ਸੀ ਕਿ ਤੈਨੂੰ ਕੁਝ ਸਮਝ ਹੀ ਨਹੀਂ ਆਇਆ। ਤੈਨੂੰ ਸਿਰਫ ਇਹ ਡਰਾਈਵਰ ਚਾਹੀਦਾ ਸੀ। ਤੁਸੀਂ ਦੋਵਾਂ ਨੇ ਕਿੰਨੀ ਵਾਰ ਇਕੱਠੇ ਸਮਾਂ ਬਤੀਤ ਕੀਤਾ, ਇਸ ਦਾ ਤਾਂ ਮੈਨੂੰ ਪਤਾ ਨਹੀਂ ਹੈ। ਮੈਂ ਖੁਦ ਨੂੰ ਕਿਵੇਂ ਕਾਬੂ ਰੱਖਿਆ ਹੈ ਇਹ ਵੀ ਮੈਨੂੰ ਨਹੀਂ ਪਤਾ ਹੈ, ਪਰ ਅੱਜ ਮੈਂ ਤੁਹਾਨੂੰ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ ਹੈ। ਇਹ ਸੁਣ ਕੇ ਮੈਂ ਆਪਣੇ ਪਤੀ ਨੂੰ ਕਹਿਣ ਲੱਗੀ, ਸੁਣੋ ਜੀ, ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਇਹ ਸਭ ਇਸ ਡਰਾਈਵਰ ਮੋਹਨ ਦਾ ਕੰਮ ਹੈ। ਇਸ ਨੇ ਮੈਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ। ਉਦੋਂ ਹੀ ਡਰਾਈਵਰ ਨੇ ਕਿਹਾ, ਕੀ ਕਹਿ ਰਹੀ ਹੈ? ਇਸ ਵਿੱਚ ਤੁਹਾਡੀ ਵੀ ਇੱਛਾ ਸੀ, ਇਸੇ ਲਈ ਤੁਸੀਂ ਮੈਨੂੰ ਆਪਣੇ ਕੋਲ ਰੱਖਿਆ ਸੀ। ਮੈਂ ਤੈਨੂੰ ਆਪਣੇ ਜਾਲ ਵਿੱਚ ਨਹੀਂ ਫਸਾਇਆ ਸੀ। ਇਹ ਸਭ ਸੁਣ ਕੇ ਮੇਰੇ ਪਤੀ ਦਾ ਗੁੱਸਾ ਅਸਮਾਨ ਤੇ ਪਹੁੰਚ ਗਿਆ ਸੀ। ਫਿਰ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਤਾਂ ਮੈਂ ਸੋਚਿਆ ਕਿ ਡਰਾਈਵਰ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਵਾਂਗੀ, ਪਰ ਜਲਦੀ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਮੇਰੇ ਮਾਂ-ਬਾਪ ਤੇ ਪੂਰੇ ਪਰਿਵਾਰ ਵਾਲਿਆਂ ਨੇ ਹੌਲੀ-ਹੌਲੀ ਮੇਰੇ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਲਏ ਸੀ। ਹੁਣ ਹਾਲਾਤ ਇਹ ਸੀ ਕਿ ਡਰਾਈਵਰ ਵੀ ਮੇਰੇ ਤੋਂ ਦੂਰ ਹੋ ਗਿਆ ਤੇ ਮੈਂ ਇਕੱਲੀ ਰਹਿ ਗਈ ਸੀ। ਕੁਝ ਹੀ ਦਿਨਾਂ ਬਾਅਦ ਖਬਰ ਮਿਲੀ ਕਿ ਮੇਰਾ ਪਤੀ ਮੈਨੂੰ ਛੱਡ ਕੇ ਆਪਣੇ ਛੋਟੇ ਭਰਾ ਵਿਜੇ ਦੇ ਕੋਲ ਦੁਬਈ ਜਾ ਰਿਹਾ ਹੈ ਤੇ ਉਹਨਾਂ ਨੇ ਉੱਥੇ ਜਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਬਾਰੇ ਫੈਸਲਾ ਕੀਤਾ ਹੈ। ਜਦੋਂ ਮੇਰਾ ਪਤੀ ਦੁਬਈ ਚਲਾ ਗਿਆ ਤਾਂ ਇੱਕ ਦਿਨ ਮੇਰੇ ਦਿਓਰ ਵਿਜੇ ਨੇ ਮੈਨੂੰ ਫੋਨ ਕੀਤਾ। ਉਸ ਦੀਆਂ ਗੱਲਾਂ ਵਿੱਚ ਨਾਰਾਜ਼ਗੀ ਸੀ। ਉਸਨੇ ਕਿਹਾ, ਤੈਨੂੰ ਕੀ ਲੱਗਾ ਸੀ ਕਿ ਮੇਰੇ ਭਰਾ ਨੂੰ ਛੱਡਣ ਤੋਂ ਬਾਅਦ ਉਹ ਤੇਰੇ ਤੋਂ ਬੁਰੀ ਹਾਲਤ ਵਿੱਚ ਰਹੇਗਾ? ਇਹ ਤਾਂ ਸੋਚਣਾ ਵੀ ਨਾ। ਮੇਰੇ ਭਰਾ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਤੇ ਹੁਣ ਉਹ ਇੱਕ ਕੁੜੀ ਨਾਲ ਵਿਆਹ ਕਰ ਰਿਹਾ ਹੈ ਜੋ ਤੇਰੇ ਤੋਂ ਵੀ ਸੋਹਣੀ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਲਾਲਚ ਵਿੱਚ ਕਿਸ ਤਰ੍ਹਾਂ ਸਭ ਕੁਝ ਗਵਾ ਦਿੱਤਾ ਹੈ। ਮੈਂ ਉਸ ਸੱਚੀ ਖੁਸ਼ੀ ਨੂੰ ਗਵਾ ਲਿਆ ਜੋ ਮੇਰੇ ਪਤੀ ਨਾਲ ਸੀ। ਮੇਰੀਆਂ ਗਲਤੀਆਂ ਦੀ ਵਜ੍ਹਾ ਕਰਕੇ ਮੈਂ ਹੁਣ ਇਕੱਲੀ ਸੀ ਤੇ ਮੇਰਾ ਪਤੀ ਹੁਣ ਆਪਣੀ ਨਵੀਂ ਪਤਨੀ ਦੇ ਨਾਲ ਸਕੂਨ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮੈਂ ਹੁਣ ਸੋਚਦੀ ਹਾਂ ਕਿ ਕਿਵੇਂ ਮੇਰੇ ਲਾਲਚ ਨੇ ਮੈਨੂੰ ਇੱਕ ਚੰਗੇ ਇਨਸਾਨ ਤੋਂ ਦੂਰ ਕਰ ਦਿੱਤਾ ਹੈ। ਮੈਂ ਆਪਣਾ ਪਰਿਵਾਰ, ਇੱਜ਼ਤ ਤੇ ਉਹ ਪਿਆਰ ਸਭ ਕੁਝ ਗਵਾ ਲਿਆ ਹੈ ਤੇ ਹੁਣ ਇੱਥੇ ਮੇਰੇ ਕੋਲ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਹੈ। ਕਦੇ ਵੀ ਆਪਣੇ ਸੱਚੇ ਸਾਥੀ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਹੈ। ਇਸ ਦੁਨੀਆ ਵਿੱਚ ਪੈਸਾ, ਖੂਬਸੂਰਤੀ ਤੇ ਇੱਛਾਵਾਂ ਹਮੇਸ਼ਾ ਰਹਿੰਦੀਆਂ ਹਨ,
ਪਰ ਸੱਚਾ ਪਿਆਰ ਤੇ ਵਫਾ ਸਾਰੇ ਜੀਵਨ ਵਿੱਚ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ। ਦੋਸਤੋ, ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ ਸਾਰਿਆਂ ਦਾ।